ਏਕੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਇਸ਼ਨਾਨ ਕਰੋ ਇਕ ਜਾਮ ਨਿਸਾ। ਮਿਲ ਕੀਰਤ ਕੋ ਕਰ ਲਿਹੁ ਰਸਾ। ਧਰਮਸ਼ਾਲ ਵਿਸਾਲ ਭਲੇ ਕਰੀਏ। ਈਰਖਾ ਪਰਖਾ ਸ਼ਰ ਕੋ ਹਰੀਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨਮੰਦ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸੰਗ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ਼ਨਾਨ ਕਰੋ ਇਕ ਜਾਮ ਨਿਸਾ। ਮਿਲ ਕੀਰਤ ਕੋ ਕਰ ਲਿਹੁ ਰਸਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਹੜਾ ਰਾਜਾ ਹੈ ਉਹ ਸਤਿਗੁਰੂ ਦੇ ਚਰਨਾਂ ਵਿੱਚ ਆਇਆ, ਬੜਾ ਸਨਿਮਰ ਹੋ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਚਰਨ ਪੋਹ ਲੈ ਕੇ ਸਿੱਖੀ ਨੂੰ ਧਾਰਨ ਕੀਤਾ ਹੈ। ਔਰ ਫਿਰ ਹੱਥ ਜੋੜ ਕੇ ਜਿਹੜਾ ਅਰਦਾਸ ਬੇਨਤੀ ਕਰਕੇ ਕਹਿ ਰਿਹਾ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ, ਮੇਰੇ ਲਈ ਕੋਈ ਉਪਦੇਸ਼ ਬਖਸ਼ੋ। ਹੁਣ ਗੁਰੂ ਸਾਹਿਬ ਜੀ ਉਸ ਰਾਜੇ ਨੂੰ ਉਪਦੇਸ਼ ਬਖਸ਼ਦਿਆਂ ਹੋਏ ਕਹਿੰਦੇ ਨੇ ਭਈ ਉਸ ਪਰਿਪੂਰਨ ਪਰਮਾਤਮਾ ਨੂੰ ਸਿਮਰਿਆ ਕਰੋ, ਸਤ ਸੰਗਤ ਵਿੱਚ ਪ੍ਰੇਮ ਦੇ ਨਾਲ ਜਾ ਕੇ ਰਿਹਾ ਕਰੋ। ਇਸ ਤੋਂ ਅੱਗੇ ਗੁਰੂ ਸਾਹਿਬ ਜੀ ਹੁਣ ਕਿਰਪਾ ਕਰਕੇ ਕਹਿ ਰਹੇ ਨੇ ਇਸ਼ਨਾਨ ਕਰੋ ਇਕ ਜਾਮ ਨਿਸਾ। ਮਿਲ ਕੀਰਤ ਕੋ ਕਰ ਲਿਹੁ ਰਸਾ। ਸਤਿਗੁਰੂ ਕਹਿੰਦੇ ਨੇ, ਇਹ ਰਾਜਾ ਦੇਖ, ਜੇ ਸਿੱਖੀ ਧਾਰਨ ਕੀਤੀ ਤੇ ਇਸ਼ਨਾਨ ਰੋਜ਼ ਕਰਨਾ ਹੈ। ਔਰ ਇੱਕ ਜਾਮ ਨਿਸਾ, ਇੱਕ ਰਾਤ ਤਾਂ ਇੱਕ ਪੈਰ ਰਹਿੰਦੇ ਇਸ਼ਨਾਨ ਕਰਨਾ ਹੈ। ਔਰ ਇੱਕ ਪੈਰ ਰਹਿੰਦੇ ਆਪ ਜੀ ਜਾਣਦੇ, ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ, ਕਿ ਸਵੇਰੇ ਉੱਠਣਾ ਹੈ, ਇਸ਼ਨਾਨ ਕਰਨਾ ਹੈ, ਸਰੀਰਕ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਫਿਰ ਉਸ ਪਰਿਪੂਰਨ ਪਰਮਾਤਮਾ ਦੀ ਕੀਰਤੀ ਕਰਨੀ ਹੈ। ਮਿਲ ਕੀਰਤ ਕੋ ਕਰ ਲਿਹੁ ਰਸਾ। ਸੰਗਤ ਵਿੱਚ ਮਿਲ ਕੇ ਰੱਬ ਦੀ, ਪਰਮੇਸ਼ਰ ਦੀ ਕੀਰਤੀ ਕਰਕੇ ਉਹ ਰਸ ਮੰਨਣਾ ਹੈ। ਔਰ ਸਤਿਗੁਰੂ ਕੇਵਲ ਉਸ ਰਾਜੇ ਨੂੰ ਨਹੀਂ, ਇਹ ਸਾਨੂੰ ਵੀ ਉਪਦੇਸ਼ ਕਰਦੇ ਨੇ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਵੀ ਇਹ ਜਿਹੜਾ ਕਰਮ ਹੈ ਹਰ ਇੱਕ ਸਿੱਖ ਨੇ ਕਰਨਾ ਹੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਸੋ ਭਲਕਾ ਉੱਠ ਹਰ ਨਾਮ ਤੇ ਆਵੇ। ਹੁਣ ਦੇਖੋ ਇੱਕ ਬੇਨਤੀ ਹੋਰ ਕਰਦੇ ਆ ਕਿ ਬਹੁਤ ਸਾਰੇ ਵਹਿਮ ਤੇ ਬਹੁਤ ਸਾਰੇ ਭਰਮ ਐਸੇ ਸਾਡੇ ਸਿੱਖਾਂ ਦੇ ਵਿੱਚ ਵੀ ਮਿਲਦੇ ਨੇ ਕਿ ਭਈ ਸੁੱਚੇ ਮੂੰਹ ਉੱਠ ਕੇ ਸੁੱਚੇ ਮੂੰਹ ਫਿਰ ਨਾਮ ਜਪਣਾ ਹੈ, ਝੂਠੇ ਮੂੰਹ ਵਾਹਿਗੁਰੂ ਨਹੀਂ ਕਹਿਣਾ। ਔਰ ਸ਼ਾਇਦ ਸਵੇਰੇ ਵੀ ਬੇਨਤੀ ਕੀਤੀ ਸੀ
ਕਿ ਮੂੰਹ ਉਦੋਂ ਤੱਕ ਝੂਠਾ ਹੀ ਰਹਿਣਾ ਜਦੋਂ ਤੱਕ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਾ ਨਿਕਲਿਆ। ਕਿਉਂਕਿ ਬਰਸ਼ ਕਰਕੇ ਪਾਣੀ ਦੇ ਨਾਲ ਇਹਨੇ ਸੁੱਚਾ ਨਹੀਂ ਹੋਣਾ, ਪਾਣੀ ਤੇ ਆਪ ਹੀ ਝੂਠਾ ਹੈ। ਔਰ ਇਹਦਾ ਮਤਲਬ ਇਹ ਵੀ ਨਹੀਂ ਕਿ ਸਿੱਖ ਨੇ ਇਸ਼ਨਾਨ ਨਹੀਂ ਕਰਨਾ, ਪਰ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲੇ ਹਦਾਇਤ ਇਹ ਕੀਤੀ, ਜਿਹੜਾ ਗੁਰੂ ਦਾ ਸਿੱਖ ਹੈ ਉੱਠੇ, ਉੱਠ ਕੇ ਵਾਹਿਗੁਰੂ ਸਿਮਰਨ ਕਰੇ, ਵਾਹਿਗੁਰੂ ਜਪੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਫਿਰ ਕਹਿੰਦੇ ਨੇ ਉਦਮ ਕਰੇ ਭਲਕੇ ਪ੍ਰਭਾਤੀ। ਫਿਰ ਉਦਮ ਕਰੇ, ਸਰੀਰਕ ਕਿਰਿਆ ਨੂੰ ਸੁਧੇ, ਫਿਰ ਇਸ਼ਨਾਨ ਕਰੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਢਾਵੇ। ਫਿਰ ਪਾਣੀ ਦੇ ਨਾਲ ਇਸ਼ਨਾਨ ਕਰੇ ਅਤੇ ਫਿਰ ਸੰਗਤ ਵਿੱਚ ਆ ਕੇ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰੇ। ਇੱਕ ਸ਼ਬਦ ਨਹਾਵਾ ਵਰਤਿਆ ਕਿ ਇਸ਼ਨਾਨ ਕਰਿਆ ਵਰਤਿਆ ਹੈ, ਔਰ ਅਰਥ ਦੋਨਾਂ ਦੇ ਇੱਕੋ ਹੀ ਹੈ। ਪਹਿਲੋਂ ਪਾਣੀ ਦੇ ਨਾਲ ਨਹਾਉਣਾ ਹੈ, ਫਿਰ ਇਸ ਸੰਗਤ ਰੂਪੀ ਸਰੋਵਰ ਦੇ ਵਿੱਚ ਆ ਕੇ ਨਹਾਉਣਾ ਹੈ। ਔਰ ਇਹ ਬਚਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਰਾਜੇ ਨੂੰ ਕਹਿੰਦੇ ਨੇ। ਇੱਕ ਜਾਮ ਰਾਤ ਰਹਿੰਦਿਆਂ ਉੱਠਣਾ ਹੈ, ਇਸ਼ਨਾਨ ਕਰਨਾ ਹੈ, ਫਿਰ ਸੰਗਤ ਵਿੱਚ ਮਿਲ ਕੇ ਰੱਬ ਦੀ ਕੀਰਤੀ ਕਰਨੀ ਹੈ, ਉਹਦਾ ਰਸ ਲੈਣਾ ਹੈ। ਧਰਮਸਾਲ ਵਿਸਾਲ ਭਲੀ ਕਰੀਏ, ਈਰਖਾ ਪਰਖਾ ਸ਼ਰ ਕੋ ਹਰੀਏ। ਫਿਰ ਸਤਿਗੁਰੂ ਜੀ ਕਹਿੰਦੇ ਕਿਉਂਕਿ ਤੂੰ ਰਾਜਾ ਹੈ, ਤੈਨੂੰ ਫਰਕ ਵੀ ਨਹੀਂ ਪੈਣਾ। ਇੱਕ ਵੱਡੀ ਸਾਰੀ ਇਸ ਨਗਰ ਵਿੱਚ, ਪਿੰਡ ਵਿੱਚ ਧਰਮਸ਼ਾਲਾ ਬਣਾਓ। ਫਿਰ ਆਪਣੇ ਅੰਦਰੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਈਰਖਾ ਹੈ ਨਾ, ਉਹ ਨਹੀਂ ਕਰਨੀ। ਈਰਖਾ ਛੱਡ ਦੇਣੀ ਹੈ, ਅੰਦਰ ਦੀ ਕਠੋਰਤਾ ਨੂੰ ਛੱਡਣਾ ਹੈ, ਛਲ ਫਰੇਬ ਬਿਲਕੁਲ ਨਹੀਂ ਕਰਨਾ। ਸਤ ਸ਼ੀਲ ਸੰਤੋਖ ਸ਼ਿਮਾ ਧਰਨੀ, ਹਰ ਲੋਲ ਪਤਾ ਕਰੁਣਾ ਕਰਨੀ। ਸਤਿਗੁਰੂ ਜੀ ਕਹਿੰਦੇ ਨੇ ਜੀਵਨ ਦੇ ਵਿੱਚ ਸਤ, ਸੰਤੋਖ ਅਤੇ ਜਿਹੜਾ ਸੁਸ਼ੀਲਤਾ ਵਾਲਾ ਸੁਭਾਅ ਹੈ ਉਹ ਲੈ ਕੇ ਆਉਣਾ ਹੈ। ਅੰਦਰ ਜਿਹੜੀ ਖਿਮਾ ਕਰਨ ਵਾਲਾ ਸੁਭਾਅ ਹੈ ਉਹ ਲੈ ਕੇ ਆਉਣਾ ਹੈ। ਅਤੇ ਜਿਹੜਾ ਅੰਦਰ ਦਾ ਲੋਭ ਹੈ, ਲੋਭ ਦਾ ਬਿਲਕੁਲ ਤਿਆਗ ਕਰ ਦੇਣਾ, ਲੋਭ ਨਹੀਂ ਕਰਨਾ। ਪੂਰਾ ਰਾਜੇ ਨੂੰ ਲੋਭ ਹੁੰਦਾ ਕਹਿੰਦਾ ਹੈ ਕਿ ਮੇਰਾ ਰਾਜ ਹੋਰ ਵੱਧ ਜਾਏ। ਮਾੜੇ ਰਾਜੇ ਜੇ ਹਮਲਾ ਕਰੋ, ਉਹਨੂੰ ਮਾਰੋ, ਉਹਦੇ ਰਾਜ 'ਤੇ ਕਬਜ਼ਾ ਕਰੋ। ਹੁਣ ਗੁਰੂ ਸਾਹਿਬ ਜੀ ਉੱਥੇ ਸਮਝਾਉਂਦੇ ਨੇ, ਚਸ਼ ਹੇਰ ਸੁਦਾ ਤੁਰਤੇ ਅਸਨਾ, ਨਗਨ ਨਰ ਕੋ ਤਜੀਏ ਬਸਨਾ। ਕਿ ਸੰਤੋਖ ਦੇ ਵਿੱਚ ਰਹਿਣਾ ਹੈ। ਜਿੰਨਾ ਪਰਮੇਸ਼ਰ ਨੇ ਰਾਜ ਭਾਗ ਦਿੱਤਾ ਰੱਜ ਕੇ ਭੋਗੋ, ਪਰ ਇਸ ਰਾਜ ਭਾਗ ਕਰਦੇ ਹੋਏ ਕੋਈ ਵੀ ਅੱਖਾਂ ਦੇ ਨਾਲ ਤੈਨੂੰ ਨਜ਼ਰ ਆਵੇ ਭੁੱਖਾ, ਅਤੇ ਤੇਰੇ ਰਾਜ ਦੇ ਵਿੱਚ ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ, ਉਹਨੂੰ ਅਨਾਜ ਦੇਣਾ ਹੈ। ਕੋਈ ਬਸਤਰਿਆਂ ਤੋਂ ਬਿਨਾਂ ਕੋਈ ਨਗਨ ਨਜ਼ਰ ਆਵੇ, ਉਹਨੂੰ ਬਸਤਰ ਦੇਣੇ। ਮਿਲ ਸੰਤਨ ਕਾਲ ਬਤੀਤ ਕਰੋ, ਭਵ ਸਾਗਰ ਕੋ ਨਿਰਸੰਸ ਤਰੋ। ਸਤਿਗੁਰੂ ਜੀ ਕਹਿੰਦੇ ਨੇ ਫਿਰ ਜਿਹੜੇ ਜਪਣ ਵਾਲੇ ਨੇ ਸੰਤ ਜਨ, ਕਿਉਂਕਿ ਹੁਣ ਤਾਂ ਸਾਰਾ ਨਗਰ ਹੀ ਸੰਤਾਂ ਦਾ ਬਣ ਗਿਆ, ਸਾਰਿਆਂ ਨੇ ਸਿੱਖੀ ਧਾਰਨ ਕੀਤੀ। ਨਗਰ ਵਾਲਿਆਂ ਦੇ ਨਾਲ ਮਿਲ ਕੇ ਸੰਗਤ ਦੇ ਵਿੱਚ ਸਮਾਂ ਜਿੰਨਾ ਬਤੀਤ ਕਰ ਸਕੋ ਉਹ ਬਤੀਤ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਬਿਨਾਂ ਸ਼ੰਕੇ ਤੋਂ ਔਰ ਬਿਨਾਂ ਕਿਸੇ ਯਤਨ ਤੋਂ ਭਵ ਸਾਗਰ ਤੋਂ ਉਤਰ ਜਾਓਗੇ। ਸੁਣ ਕੈ ਉਪਦੇਸ਼ ਸੋ ਨਾਮ ਸਪੈ, ਕਰ ਬੰਦੇ ਬੰਧਨ ਕੀਣ ਤਬੈ। ਸਤਿਗੁਰੂ ਜੀ ਦੇ ਇਸ ਸਾਰੇ ਸ੍ਰੇਸ਼ਟ ਉਪਦੇਸ਼ ਨੂੰ ਸੁਣ ਕੇ ਇਸ ਰਾਜੇ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਧਰਮਸ਼ਾਲ ਰਚੇ ਤਤਕਾਲ ਤਹਾਂ, ਅਰਬਿੰਦ ਬਿਲੋਚਨ ਬੈਸ ਜਹਾਂ। ਗੁਰੂ ਸਾਹਿਬ ਦਾ ਹੁਕਮ ਸੁਣਦਿਆਂ ਨਾਲ ਇਹਨੇ ਅੱਗੇ ਰਾਜੇ ਨੇ ਹੁਕਮ ਕੀਤਾ ਕਿ ਧਰਮਸ਼ਾਲਾ ਦਾ ਕੰਮ ਜਿਹੜਾ ਹੁਣੇ ਸ਼ੁਰੂ ਕੀਤਾ ਜਾਏ। ਥੋੜ੍ਹੇ ਦਿਨਾਂ ਦੇ ਵਿੱਚ ਧਰਮਸ਼ਾਲਾ ਤਿਆਰ ਹੋਈ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਜਗਤ ਨੂੰ ਤਾਰਨ ਵਾਸਤੇ ਆਏ ਨੇ, ਉਸ ਧਰਮਸ਼ਾਲਾ ਦੇ ਵਿੱਚ ਬੈਠੇ। ਉੱਥੇ ਬੈਠ ਕੇ ਸਵੇਰੇ ਸ਼ਾਮ
ਗੁਰਮੁਖ ਦਾ ਉਪਦੇਸ਼ ਦਿੰਦੇ ਸਨ। ਗੁਣ ਖਾਨ ਇਸੋ ਉਪਕਾਰ ਕਰਿਓ, ਕਰਤਾਰ ਭਜੇ ਸਭ ਦੇਸ ਤਰਿਓ। ਜਿਹੜੇ ਦੇਸ਼ ਦੇ ਲੋਕ ਇਹ ਸਮਝਦੇ ਨਹੀਂ ਸਨ ਕਿ ਕੋਈ ਕਰਤਾਰ ਹੈ, ਹੁਣ ਉਸ ਦੇਸ਼ ਦੇ ਸਾਰੇ ਲੋਕ, ਕਿਉਂਕਿ ਰਾਜਾ ਸਿੱਖ ਬਣ ਗਿਆ, ਹੁਣ ਉਹ ਦਿਨ ਰਾਤ ਜਿਹੜੇ ਨੇ ਉਹ ਕਰਤਾਰ ਨੂੰ ਭਜਦੇ ਨੇ। ਸਵੇਰੇ ਸ਼ਾਮ ਸੰਗਤ ਵਿੱਚ ਜਾ ਕੇ ਸਤ ਕਰਤਾਰ ਬੋਲਦੇ ਨੇ, ਸਾਰਾ ਦਿਨ ਕੰਮ ਧੰਦੇ ਕਰਦੇ ਆ, ਰਸਨਾ ਤੇ ਇੱਕੋ ਹੀ ਨਾਮ ਹੁੰਦਾ ਸਤ ਕਰਤਾਰ। ਉਸ ਪਰਮੇਸ਼ਰ ਦੀ ਬੰਦਗੀ ਸਿਮਰਨ ਸਾਰੇ ਦੇਸ਼ ਦੇ ਲੋਕ ਕਰਨ ਲੱਗੇ। ਦਿਨ ਕੇਤਕ ਸ੍ਰੀ ਗੁਰ ਦੇਸ਼ ਤਿਸੀ, ਨਰ ਕੀਨ ਉਧਾਰ ਰਹੇ ਸੂਜਸੀ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਦੇਸ਼ ਦੇ ਲੋਕਾਂ ਦਾ ਉਧਾਰ ਕਰਨਗੇ। ਕਈ ਦਿਨ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਉੱਥੇ ਰਹੇ। ਸਵੇਰੇ ਸ਼ਾਮ ਸੰਗਤ ਕਿਵੇਂ ਕਰਨੀ ਹੈ, ਸਿਮਰਨ ਕਿਵੇਂ ਕਰਨਾ ਹੈ, ਇਹ ਸਾਰਾ ਨਾਮ ਜਿਹੜਾ ਉੱਥੇ ਦ੍ਰਿੜ ਕਰਵਾਇਆ ਹੈ। ਸ਼ਤਪਾਲ ਪ੍ਰਜਾ ਸਭ ਆਵਤ ਹੈ, ਪਗ ਬੰਧਨ ਕੈ ਸੁਖ ਪਾਵਤ ਹੈ। ਕੀ ਰਾਜਾ ਤੇ ਕੀ ਪ੍ਰਜਾ, ਸਣੇ ਰਾਜੇ ਸਾਰੀ ਪ੍ਰਜਾ ਸਵੇਰੇ ਵੀ ਸ਼ਾਮੀ ਵੀ ਦੋਵੇਂ ਟਾਈਮ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕਰਦੇ ਨੇ, ਆ ਕੇ ਗੁਰਮਤਿ ਦਾ ਉਪਦੇਸ਼ ਸੁਣਦੇ ਨੇ। ਸੁਣ ਸਿਰ ਮੁਖ ਤੇ ਸੁਖਵੰਤ ਗਿਰਾ, ਸਭ ਕੋ ਔਰ ਪ੍ਰੇਮ ਕੈ ਸੰਗ ਭਰਾ। ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਸੁੱਖ ਦੇਣ ਵਾਲੇ ਬਚਨ ਸੁਣ ਕੇ ਸਾਰੇ ਦੇ ਹਿਰਦੇ ਜਿਹੜੇ ਨੇ ਉਹ ਪ੍ਰੇਮ ਦੇ ਨਾਲ ਭਰ ਜਾਂਦੇ ਨੇ। ਸਿਮਰੇ ਹਰ ਨਾਮੇ ਪ੍ਰੀਤ ਕਰੈ, ਮਿਲ ਆਪਸ ਮੈਂ ਬਹੁ ਭਉ ਧਰੈ। ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ, ਨਾਮ ਦੇ ਨਾਲ ਪ੍ਰੇਮ ਕਰਦੇ ਨੇ, ਔਰ ਫਿਰ ਆਪਸ ਵਿੱਚ ਜਿਹੜੇ ਮਿਲਦੇ ਨੇ, ਜਦੋਂ ਜਿਹੜੇ ਇੱਕ ਦੂਜੇ ਤੋਂ ਈਰਖਾ ਕਰਦੇ ਸਨ, ਹੁਣ ਉਹ ਵੀ ਆਪਸ ਵਿੱਚ ਗੁਰ ਭਾਈ ਬਣੇ ਹੋਏ ਇੱਕ ਦੂਜੇ ਨਾਲ ਪ੍ਰੇਮ ਕਰਦੇ ਨੇ। ਰਾਹਕ ਪੂਰਬ ਸਿੱਖ ਜੋ ਬੋਲਿਓ ਦਵੈ ਕਰ ਬੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਮੁਨਾਫਿਕ ਦੇਸ਼ ਦਾ ਜਿਹੜਾ ਸਭ ਤੋਂ ਪਹਿਲਾ ਜ਼ਿਮੀਂਦਾਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਸੀ, ਜਿਹਨੇ ਸਭ ਤੋਂ ਪਹਿਲੋਂ ਗੁਰੂ ਦੀ ਸਿੱਖੀ ਧਾਰਨ ਕੀਤੀ। ਇਹ ਕਹਿ ਲਏ ਕਿ ਇਸ ਨਗਰ ਦਾ ਪਹਿਲਾ ਸਿੱਖ ਉਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਇਆ ਹੈ। ਕੁਦਰਤ ਕੋ ਕਛ ਪਤਾ ਮੁਝ, ਦਰਸਾਵੋ ਸੁਖ ਕੰਦ। ਹੁਣ ਇਹ ਜਿਹੜਾ ਕਿਰਸਾਨ ਹੈ, ਇਹਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਤੁਸੀਂ ਪਹਿਲੇ ਦਿਨ ਕਿਰਪਾ ਕੀਤੀ ਸੀ, 2 ਵਚਨ ਕਹੇ ਸਨ ਕਿ ਉਹ ਜਿਹੜੇ ਰੱਬ ਨੇ ਕੁਦਰਤ ਬਣਾਈ ਹੈ ਉਹ ਕੁਦਰਤ ਦੇ ਵਿੱਚ ਰਹਿੰਦਾ ਹੈ, ਉਹ ਰੱਬ ਹਰ ਥਾਂ 'ਤੇ ਹੈ। ਸਤਿਗੁਰੂ ਜੀ ਉਸ ਰੱਬ ਦੇ ਬਾਰੇ, ਕਰਤਾਰ ਦੇ ਬਾਰੇ ਤੁਸੀਂ ਦੱਸਿਆ ਕਿ ਜਿਹੜਾ ਅਨਾਜ ਦੇ ਇੱਕ ਦਾਣੇ ਤੋਂ ਕਈ ਦਾਣੇ ਪੈਦਾ ਕਰਨ ਵਾਲਾ ਇਹਨਾਂ ਬਸ ਉਹ ਹੀ ਰੱਬ ਹੈ, ਉਹਨੂੰ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ। ਪਰ ਹੁਣ ਕਿਰਪਾ ਕਰੋ ਇਹ ਕੁਦਰਤ ਦੇ ਬਾਰੇ ਵੀ ਕੁਝ ਚਾਨਣਾ ਪਾਓ ਕਿ ਕੁਦਰਤ ਕੀ ਹੈ। ਦੇਖੋ ਭਾਵੇਂ ਕਿਹਾ ਜਾਂਦਾ ਕਿ ਕੁਦਰਤ ਹੀ ਰੱਬ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਕੁਦਰਤ ਹੀ ਰੱਬ ਨਹੀਂ, ਪਹਿਲਾਂ ਰੱਬ ਨੇ ਆਪਣੇ ਆਪ ਨੂੰ ਤੇ ਫਿਰ ਪਾਵਨ ਬਚਨ ਕਿਹਾ ਦੂਈ ਕੁਦਰਤ ਸਾਜੀ ਹੈ। ਰੱਬ ਨੇ ਕੁਦਰਤ ਸਾਜੀ, ਰੱਬ ਨੇ ਕੁਦਰਤ ਬਣਾਈ, ਕੁਦਰਤ ਬਣਾ ਕੇ ਫਿਰ ਕੁਦਰਤ ਦੇ ਵਿੱਚ ਹੀ ਵਸ ਗਿਆ। ਹੁਣ ਇਹ ਜ਼ਿਮੀਂਦਾਰ ਨੇ ਸਵਾਲ ਕੀਤਾ, ਸਤਿਗੁਰੂ ਜੀ ਕਰਤਾਰ ਦੇ ਬਾਰੇ ਤਾਂ ਕੁਝ ਚਾਨਣਾ ਪਾ ਦਿੱਤਾ, ਪਰ ਕਿਰਪਾ ਕਰੋ ਤੇ ਬਣਾਈ ਹੋਈ ਕੁਦਰਤ ਕੀ ਹੈ ਤੇ ਕੁਦਰਤ ਕਹਿੰਦੇ ਕਿਹਨੂੰ ਨੇ, ਇਹਦੇ ਬਾਰੇ ਕੁਝ ਸਮਝਾਓ। ਸੁਣ ਕਰ ਤੇ ਕੇ ਬਚ ਗੁਰ, ਨਾਨਕ ਕਰੇ ਗਿਰਾ ਉਚਾਰ। ਕਹਿੰਦੇ ਇਸ ਕਿਰਸਾਨ ਦੇ ਇਹ ਬੋਲ ਸੁਣ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਕਿਰਪਾ ਕੀਤੀ ਤੇ ਬਚਨ ਕਹੇ, ਜਾਓ ਖੇਤ ਮੈਂ ਬੂਟ ਉਪਾਰੋ, ਦੇਖੋ ਕੁਦਰਤ ਭਾਰ। ਸਤਿਗੁਰੂ ਜੀ ਕਹਿੰਦੇ ਭਾਈ ਫਿਰ ਤੂੰ ਕੁਦਰਤ ਵੇਖਣੀ ਹੈ, ਕੁਦਰਤ ਸਮਝਣੀ ਹੈ।
ਤੇ ਤੈਨੂੰ ਇਵੇਂ ਸਮਝਾਇਆ ਤੇ ਸ਼ਾਇਦ ਸਮਝ ਨਾ ਪਵੇ। ਹੁਣ ਸਾਡੇ ਬਚਨ ਮਨ ਖੇਤ ਵਿੱਚ ਜਾ, ਜਿੱਥੇ ਕਣਕ ਬੀਜੀ ਹਰੀ ਭਰੀ ਹੋਈ ਪਈ ਹੈ, ਉੱਥੋਂ ਜਾ ਕੇ ਕਣਕ ਦਾ ਇੱਕ ਬੂਟਾ ਪੁੱਟ, ਖੇਤ ਦੇ ਵਿੱਚੋਂ ਬੂਟਾ ਪੁੱਟ ਦੇਖੋ ਤੇ ਤੈਨੂੰ ਕੁਦਰਤ ਨਜ਼ਰ ਆਏਗੀ, ਕੁਦਰਤ ਦਿਸੇਗੀ। ਆਚਾਰਜ ਜਿਹ ਕੋ ਰੂਪ ਲਖਿਅਤ ਸਕੈ ਕੌਣ ਨਾ ਚੀਨ। ਸਤਿਗੁਰੂ ਜੀ ਕਹਿੰਦੇ ਨੇ ਜੇ ਰੱਬ ਕਰਤਾਰ ਪਰਮੇਸ਼ਰ ਨੂੰ ਕੋਈ ਨਹੀਂ ਨਾ ਸਮਝ ਸਕਦਾ, ਉਹਨੂੰ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ, ਬਸ ਉਹਦੀ ਬਣਾਈ ਹੋਈ ਕੁਦਰਤ ਵੀ ਉਸੇ ਤਰ੍ਹਾਂ ਦੀ ਹੈ। ਇਹਨੂੰ ਅੱਖਾਂ ਨਾਲ ਵੇਖ ਕੇ ਤੇ ਫਿਰ ਇਹਨੂੰ ਸਮਝਣਾ, ਔਰ ਉਹ ਸਮਝ ਜਿਹੜੀ ਹੈ ਸਾਡੀ ਸਮਝ ਤੋਂ ਪਰੇ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਕੁਦਰਤ ਵੇਖਣੀ ਹੈ, ਭਈ ਵੇਖ ਇੰਨੀ ਅਚਰਜ ਕੁਦਰਤ ਰੱਬ ਨੇ ਬਣਾਈ ਹੈ ਕਿ ਜਿੰਦਾ ਰੂਪ ਵੀ ਜਿਹੜਾ ਹੈ ਉਹ ਨਾ ਕੋਈ ਵੇਖ ਸਕਦਾ ਨਾ ਪਹਿਚਾਨ ਸਕਦਾ ਹੈ। ਹੁਣ ਕੁਦਰਤ ਦੇ ਵਿੱਚ ਸਭ ਕੁਝ ਹੀ ਹੈ। ਇਹ ਮਨੁੱਖਾ ਸਰੀਰ ਬਣਾਇਆ ਪਰਮੇਸ਼ਰ ਨੇ, ਕੁਦਰਤੀ ਹੈ। ਇਹ ਹਵਾ ਬਣਾਈ, ਹਵਾ ਚੱਲ ਰਹੀ ਹੈ, ਕੁਦਰਤ ਹੈ। ਪਾਣੀ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਕੁਦਰਤ ਹੈ। ਅੱਗ ਰੱਬ ਦੀ ਬਣਾਈ ਹੋਈ ਕੁਦਰਤ ਹੈ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪੰਜ ਤੱਤ ਜਿਹੜੇ ਸਾਰੇ ਇੱਕ ਦੂਜੇ ਤੋਂ ਵਿਰੋਧੀ ਨੇ। ਹੁਣ ਧਰਤੀ ਤੇ ਸਮਾਨ ਆਪਸ ਵਿੱਚ ਵਿਰੋਧੀ ਨੇ, ਪਾਣੀ ਤੇ ਅੱਗ ਆਪਸ ਵਿੱਚ ਵਿਰੋਧੀ ਨੇ, ਪਰ ਗੁਰੂ ਸਾਹਿਬ ਜੀ ਨੇ ਸਾਰੇ ਵਿਰੋਧੀ ਤੱਤਾਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਇਹ ਜਿਹੜਾ ਸਰੀਰ ਬਣਾ ਦਿੱਤਾ। ਇਹ ਵੀ ਤੇ ਕੁਦਰਤ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕੁਦਰਤ ਵੇਖਣੀ ਪਾਈ ਜਾ, ਤੈਨੂੰ ਇਵੇਂ ਨਹੀਂ ਸਮਝ ਆਉਣੀ, ਬੂਟਾ ਪੁੱਟ, ਉਹਦੇ ਥੱਲੋਂ ਅਚਰਜ ਕੁਦਰਤ ਨਜ਼ਰ ਆਏਗੀ। ਸੁਰ ਨਾਰ ਅਸੁਰ ਹੈ ਤਰੇ ਤਾਕੇ ਉਰਦ ਜਿਨ ਇਹ ਕੀਨ। ਸਤਿਗੁਰੂ ਜੀ ਕਹਿੰਦੇ ਨੇ ਬਸ ਇੰਨੀ ਕੁ ਗੱਲ ਪਾਈ ਸਮਝਦਾ ਹੈ। ਇਹ ਜਿੰਨੇ ਦੇਵਤੇ ਨੇ ਜਾਂ ਦੈਂਤ ਨੇ ਜਾਂ ਨਾਗ ਨੇ, ਆਕਾਸ਼ ਪਤਾਲ ਮਾਤਲੁਕ ਜਿੰਨੇ ਵੀ ਰੱਬ ਨੇ ਬਣਾਏ ਨੇ, ਸਾਰੀ ਕੁਦਰਤੀ ਹੈ। ਨਿਜ ਕਾਨ ਸੁਨ ਮਤ ਵਾਨ ਮਾਨਵ ਖੇਤ ਮੈਂ ਜਬ ਜਾਏ। ਕਹਿੰਦੇ ਸਤਿਗੁਰੂ ਦੇ ਬਚਨ ਜਦੋਂ ਇਸ ਕਿਸਾਨ ਨੇ, ਜ਼ਿਮੀਂਦਾਰ ਨੇ ਸੁਣੇ, ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਖੇਤ ਵਿੱਚ ਗਿਆ। ਗੋਤਮ ਬੂਟ ਉਕਾਰ ਦੇਖਿਓ ਰਹਿਓ ਉਰ ਬਿਸਮਾਏ। ਇਹਨੇ ਜਾ ਕੇ ਇੱਕ ਕਣਕ ਦਾ ਬੂਟਾ ਪੁੱਟਿਆ। ਹੁਣ ਕਣਕ ਦਾ ਬੂਟਾ ਪੁੱਟ ਕੇ ਉਹਨੂੰ ਵੇਖ ਕੇ ਬੜਾ ਹੈਰਾਨ ਹੋਇਆ। ਹੁਣ ਕਣਕ ਦੇ ਬੂਟੇ ਥੱਲੇ ਐਸਾ ਕੀ ਸੀ? ਕਿਉਂਕਿ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਸਮਝਾਉਣਾ ਸੀ, ਉਹਨੂੰ ਵਿਖਾਉਣਾ ਸੀ ਕੁਦਰਤ ਹੈਗੀ। ਇਹ ਜ਼ਿਮੀਂਦਾਰ ਨੇ ਦੇਖਿਆ ਕੀ ਹੈ। ਅੰਗਾਰ ਅਗਣੀ ਅਰਣ ਦਿਸਤ ਤੇਜ ਨਹਿ ਸਹਿ ਜਾਏ। ਕਿ ਜਿੱਥੋਂ ਬੂਟਾ ਪੁੱਟਿਆ ਥੱਲੇ ਅੱਗ ਹੀ ਅੱਗ ਹੈ, ਔਰ ਬੜੀ ਤੇਜ਼ ਅੱਗ ਹੈ। ਇੰਨੀ ਤੇਜ਼ ਅੱਗ ਕਿ ਸਹਾਰੀ ਨਹੀਂ ਜਾ ਸਕਦੀ, ਸਹੀ ਨਹੀਂ ਜਾ ਸਕਦੇ, ਇੱਕਦਮ ਭੱਜ ਕੇ ਪਿੱਛੇ ਹੋਇਆ ਹੈ। ਸਭ ਲੋਕ ਹਿਰਣ ਹੇਤ ਦੌਰੇ ਬਹੁਤ ਜਿਨ ਮਨ ਚਾਏ। ਹੁਣ ਇਸ ਗੱਲ ਦਾ ਪਤਾ ਸਾਰੇ ਨਗਰ ਵਾਲਿਆਂ ਨੂੰ ਲੱਗਿਆ ਕਿ ਕਣਕ ਜਿਹੜੇ ਖੇਤ ਵਿੱਚ ਉੱਗੀ ਹੈ, ਖੇਤ ਦੇ ਥੱਲੇ ਤੇ ਅੱਗ ਹੈ, ਔਰ ਅੱਗ ਬੜੀ ਤੇਜ਼ ਹੈ, ਬਲਦੀ ਹੋਈ ਅੱਗ ਹੈ। ਸਾਰਿਆਂ ਦੇ ਮਨ ਵਿੱਚ ਚਾਅ ਵੀ ਬੜਾ, ਹੈਰਾਨ ਵੀ ਬੜੇ ਕਿ ਕਣਕ ਅੱਗ ਦੇ ਉੱਤੇ ਪੈਦਾ ਹੋਈ ਹੈ। ਅੱਗ ਤੇ ਸਭ ਕੁਝ ਸਾੜ ਕੇ ਸੁਆਹ ਕਰ ਦਿੰਦੀ ਹੈ, ਪਰ ਇਹ ਕਣਕ ਹਰੀ ਭਰੀ ਹੈ ਔਰ ਅੱਗ ਦੇ ਉੱਤੇ ਹੈ। ਹੇਰ ਹੇਰ ਆਚਰਜ ਮਾਨੇ ਅਗਨ ਪਰ ਪਿਕ ਖੇਤ। ਕਹਿੰਦੇ ਸਾਰੇ ਵੇਖ ਵੇਖ ਕੇ ਹੈਰਾਨ ਵੀ ਹੁੰਦੇ ਨੇ, ਔਰ ਸਾਰੇ ਵੇਖ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਨੂੰ ਵੇਖ ਕੇ ਖੁਸ਼ ਵੀ ਹੋ ਰਹੇ। ਹੈਰਾਨੀ ਇਸ ਗੱਲ ਦੀ ਹੈ ਕਿ ਕਣਕ ਦਾ ਖੇਤ ਹੈ, ਕਣਕ ਅੱਗ ਦੇ ਉੱਤੇ ਹੈ, ਔਰ ਅੱਗ ਬੜੀ ਤੇਜ਼ ਹੈ। ਇਹ ਕੁਦਰਤ ਹੈ। ਹੁਣ ਦੇਖੋ, ਕਦੇ ਪਾਣੀ ਦੇ ਵਿੱਚ ਵੀ ਅੱਗ ਲੱਗੀ ਹੈ, ਪਰ ਸਾਡੇ ਸਾਹਮਣੇ ਨਾ ਸਮੁੰਦਰ ਵਿੱਚ ਵੀ ਅੱਗ ਲੱਗਦੀ ਹੈ। ਔਰ ਜਦੋਂ ਜਵਾਲਾ ਫੁੱਟੀ, ਮੁਖੀ ਜਦੋਂ ਫੁੱਟਦਾ ਹੈ, ਅੱਗ ਦੇ ਨਾਲ ਬੜਾ ਕੁਝ ਹੋਰ ਵੀ ਨਿਕਲਦਾ ਹੈ। ਇਹ ਕੁਦਰਤੀ ਹੈ, ਕੌਣ ਜਾਣ ਸਕਦਾ ਹੈ।
ये नगर वाले ने देखा कि बड़े हैरान ने। अग के उत्ते ये जिहड़ी कणक पूरे फसल अग के उत्ते सतगुरु जी ने कृपा की। जो भी घाह पत्ते बूटे जिन्हें भी बनस्पति बनाई है, कुदरत ऐसी कि इहदे विच अग है, बाहरों हरिया भरिया अंदर अग है। पर जे साडे वर्गा मूर्ख फिर पूछे कि अग दिसदी क्यों, तो किसी समझदार ने कहना अग दिसेगी, अग ला के देखो अंदरों अग आप ही निकलेगी। और गुरु साहब ने पावन बचन बाणी दे विच कहे कि सगल बनस्पत मैं संतर, सगल दूध मैं घीया। इस तरह कहते हैं कि ऊच नीच मैं जोत समानी, घट घट मत ऊंची है। अग तो सारी बनस्पति दे विच है, पर जे उन्होंने वेखना तो बाहरों लाउणी पेगी। दुध दे विच घ्यो है, पर नज़र ता आएगा जे मेहनत करेंगे, उन्होंने जाग लाएंगे, उन्होंने रिड़केगा। मक्खन निकलेगा, मक्खन तो घ्यो निकलेगा। रब दे जोत, परमेश्वर दे जोत सारिਆਂ ਦੇ ਵਿੱਚੋਂ सारिਆਂ ਦੇ अंदर है, पर इहदे लिए भी तो कोई ना कोई मेहनत करनी पेगी। हुण ये जिहड़ी कुदरत है गुरु साहब जी विखाउणा चाहुंदे ने, बड़ी ये भी हैरान करने वाली है। रब की बनाई हुई कुदरत। अंगार अग्नि अरुण दिसत, तेज न सह जाए। तो अग भी कविराज लिखते हैं कि ये कणक के थले जी तो बूटा पट्टिया है, इन्नी तेज है कि नेड़े खलोता नहीं जाता, सहारे नहीं जाती। और इन्नी तेज जिथे अग होवे तो फसल फिर हरी रह जाए। ये बड़ी हैरानी वाली गल सी। सब लोग हेरन हेत दौरे, बहुत जिन मन चाहे। ये सारे लोग वेखण वास्ते दौड़ते हुए आए। चार सवेरे तो भीड़ लगी। हेर हेर आचर्ज माने, अगन पर पिक खेत। ते अग दे उत्ते कणक दा हरिया भरिया खेत वे, सारे बड़े हैरान ने। जे शुवत जरहेदार द्रुत, सब हरे पे कह हेत। ये अग इन्नी तेज सी कि माड़ा जो कोई छूए तो कि नेड़े भी जाए तो सड़ जाए। पर इन्नी तेज अग के उत्ते हरिया भरिया खेत है। करतार कुदरत अत बलिष्ठे। हुण देखो करतार ते कुदरत, क्योंकि करतार आप है, उन्हें अगे कुदरत बनाई तो बड़ी कमाल की हैरान करने वाली बनाई। कीन अचरज बात, तो बड़ी हैरान करने वाली गल की है। अगन उपर कृस, बृदत हरि बहु जह पात। कि इन्नी हैरान करने वाली अग के उत्ते कणक की फसल है, और फसल भी बिल्कुल हरी भरी। ये बड़ी हैरानी वाली गल सी। करतार पौर लखाए, कुदरत सतनाम जपाए। कहते सतगुरु धन गुरु नानक साहब जी ने पहलों करतार विखाया कि जिहड़ा अखां नाल वेख्या नहीं जा सकता, उन्होंने समझिया जा सकता है। जिहड़ा सब कुछ पैदा करने वाला वही करतार है। कहते फिर कुदरत के बारे दस्या कि बस यही कुदरत है, और सतनाम का जाप सब कुछ पाया। कर धर्मशाला ग्राम ग्रामे, नामदान दृढ़ाए। कहते राजे दे वो सारे पिंडां दे विच, पिंड पिंड दे विच धर्मशाला बन गई। और सतगुरु जी ने बहुत समा आप उत्थे रह के सब नूं नामदान दृढ़ाए, जिन्हों गुरबाणी दे विच ये भी कहा कि नामदान इशनान दृढ़ाए। ये तीन गल्लां बिल्कुल दृढ़ कराई। इशनान करना है, नाम जपना है, तो दान करना, लोड़वंदां दी लोड़ जरूर पूरी करनी है। और जिन्हों ये भी कहा गया है किरत करो नाम जपो तो वंड छको। ये सिक्खे का सिद्धांत तो शुरू इत्थों होता है। तब केण देश पवित्र सगरो, लगे कीरत गान। धन गुरु नानक साहब जी ने वो सारा देश पवित्र किया। देश के जिन्ने लोग
क्योंकि राजा सिख बनया है। तो जिथों का राजा सिख बन जाए फिर प्रजा बहुत सारी अपने आप बनती है। सारी प्रजा गुरु की परमेश्वर की कीर्ति को गाउण लगी। शुभ चले रीत पुनीत सिखे सतगुरु कुरबान। कहते एक शुभ रीत उत्थे चली, शुभ मर्यादा चली कि गुरु साहब ने सब नूं पवित्र तो पुनीत किया, सिखे की दात दी। तो सतगुरु तो सारे हुण कुरबान जाते हैं कि जेड़े गुरु ने आके साडे सारे भरम कट्टे ने, सानू उस करतार दे नाल जोड़िया है, सानू सिखे की दात बख्शी है। ऐसे गुरु तो कुरबान। नर करे कीरत प्रीत युत उदर दे शरदा नाम। जिन्ने लोग ने हुण उस परमेश्वर के नाम नाल प्रीत सब दी पई है, और जिवें जिवें नाम जपते हैं उवें उवें अंदर की शरधा बढ़ती है। जिन्नी शरधा बढ़ती है उन्नी परमेश्वर की कीर्ति ज़्यादा करते हैं। जिस नाम ते सुख धाम प्राप्त तरे पवित अनेक। ते कवि संतोख सिंह जी लिखते हैं वो नाम लोग जपते हैं कि जेड़े नाम तो सारे सुखों की प्राप्ति होती है। जेड़े नाम नूं जप के पतित लोग भी पवित्र हो जाते हैं, पतितां का भी पार उतारा हो जाता है। और सतगुरु जी ने पावन वचन कहे ने, धन गुरु तेग बहादुर सच्चे पातशाह जी के पावन वचन कि जे सिमरत गणका सी उतरी। हुण गणका सी एक उदाहरण है। गणका किसी का नाम नहीं, गणका विश्व को कहा जाता है कि वो परमेश्वर का नाम इन्ना बेअंत है जिन्हों जप के एक गणका वर्गी एक वेशवा वर्गे भावसागर तो उतर जाती है। सिखा जे तू जपे तो तेरा पार उतारा क्यों ना आए। और एक गुरु साहब जी ने सानू पहलों समझाया है, जपना है और मन करके जपना है, जपना है और प्रेम ते श्रद्धा के नाल जपना है। बार परमदा अपवर्ग सुमरण धर्म अर्थ काम। हुण गुरु का नाम सिमरन करके धर्म अर्थ ते काम मोख जिहड़े चार पदार्थ कहे जाते हैं, सतगुरु कहते हैं उन्हों की प्राप्ति भी हो जाती है। जिस नाम ते सुख धाम प्राप्त तरे पवित अनेक। जेड़े नाम तो सुख मिलता तो अनेका पापी तरते हैं। जो गैन शूनी नाग सतनाम ब्रह्म अंडे टेक। इतने कविराज ने उदाहरण दी है कि जेड़े नाम नूं जप के जेड़े परमेश्वर की कृपा के नाल आकाश धरती पताल सारे ब्रह्मंडों का जेड़ा नाम आसरा है, उस नाम नूं जेड़ा जपदा है वो बिना शक तो इस भावसागर तो उतरता है। तेह को मुनाफक नाम पूरब फिर सतगुरु दीन। हुण इस नगर का पहलो नाम मुनाफक देश है। मुनाफक पूरे शब्द काम वरते जाता है कि भी फलानी फलानी चीज़ तेरे लिए मुनाफक है, जिन्हों वाजब पिया जाता कि वाजब है, ਜਾਂ सीधे शब्द समझ लिए कि भी तेरे लिए ठीक है। हुण इस नगर का पहलो नाम जिहड़ा है वो मुनाफक है कि भी नगर जिहड़ा ठीक ठाक है। राजा भी बहुता जुल्म नहीं सी करता, भावें प्रजा नूं रब बारे कुछ नहीं सी पता, पर हुण गुरु साहिब जी ने कहते ये पहला नाम सी मुनाफक, फिर सतगुरु दीन। गुरु साहिब जी ने हुण इस नगर का जिहड़ा नाम भी बदल दिता। जिथे परमेश्वर आ गया, परमेश्वर का नाम आ गया, तो सतगुरु कहते भी फिर हुण ठीक ठीक नहीं, ये बहुत ठीक है। हुण देश सवालियो राखियो कर रेत रुचर नवीन। कहते सतगुरु जी ने इस देश का नाम बदल के मुनाफक तो सवालियो रख दिता। तो सवालियो का अर्थ जी समझो सवारिया होया। ये रब का गुरु का सवारिया होया नगर है। इस नगर का नाम अज तो सवालियो है। बड़ा सोहना सवारिया है।
इस भांत कर उपकार तिन पर चलन मनसा कीन। कहते इस तरह सतगुरु धन गुरु नानक साहिब जी ने इस नगर के उत्ते पर उपकार करके इतों अगे चलण की फिर मनसा जाहिर की कि भाई हुण अगे जाना है। असीं तो देखण वास्ते आए हाँ रब की बनाई हुई इस कुदरत नूं, इस रब की बनाई हुई वड्डी सारी धरती। असीं तो घूमण फिरन आए भाई अगे जाना है। और सतगुरु जी जिथे भी भजन करते हैं यही करते हैं कि रब की बनाई हुई कुदरत नूं धरती नूं वेखण आए, सैर करना है। पर असल में गुरु साहिब जी इस धरती का ते धरती का जीवन का पार उतारा करने लिए आए। भाव सेत कीरत करण धरणी जाहे सिख सुख दीन। कहते संसार विच धरती ते कीर्तन का पुल बन के सिखां नूं कीर्ति दे नाल जोड़ के सतगुरु जी ने बड़ियां नूं सुख दिता है तो बड़ियां नूं देना है। कर भूप परजा पर खुशी गुर गए आन अस्थान। ते कवि संतोख सिंह जी कहते हैं सतगुरु जी ने इस मुनाफक देश से जिंदा ना हुण सवालियो रखिया है। इत्थों के राजे के उत्ते कृपा की, इत्थों की सारी प्रजा के उत्ते कृपा की, इन्हां नूं खुशियां दित्तियां, सिखे की दात दी। फिर इत्थों सतगुरु जी अगे होर स्थान पर चले गए। पश्चात नार झूरत हृदय तब रहे हम अनजान। कहते गुरु साहिब के जान तो बाद जेड़े लोगों ने गुरु साहिब के दर्शन नहीं सन किए, क्योंकि राज जिहड़ा बहुत दूर तक होता है, कि जेड़े लोगों को पता लग्या कि गुरु नानक साहिब जी आए सन, सुक्कियां खेतियां हरियां करके असीं तो पहलों अनजान ही रहे, गुरु साहिब के दर्शन भी नहीं कर सके। कर सेव तिन के तृप्ताप्त पे न पाए दर्श अमूल। कई इस गल का पछतावा करते हैं कि धन गुरु नानक साहिब की सेवा करके असीं रजे नहीं, तृप्त नहीं हुए, ना ही उन्होंने अमोलक दर्शन कर सके। उत्थों के बने हुए सिख, उत्थों का राजा, जिन्होंने इवें दे लोग मिलते हैं, फिर वो सतगुरु के सिद्धांत को सामने रख के कहते हैं भाई गुरु शरीर नहीं, गुरु शब्द है। गुरु अपना आप साडे कोल छड्ड गया है। भाई धर्मशाला में आया करो, गुरु का शब्द सवेरे शामी पढ़ांगे, शब्द विचों गुरु साहब के दर्शन होंदे ने। गुरु साहब जी किते नहीं गए, साडे नाल ने। ये सुन के लोगों को धीरज भी बनता है। भज शरण गुर संतोख सिंह नित पाए आनंद अडोल। ते कवि संतोख सिंह जी इस अध्याय के अखीर के अध्याय को संपूर्ण करते हुए लिखते हैं कि ऐसे गुरु के चरणों में नमस्कार करके जिथों आनंद मिलता है, जिथों अडोलता मिलती है, ऐसे गुरु के चरणों में कवि संतोख सिंह जी नमस्कार है। कवि संतोख सिंह जी ने इत्थे अध्याय खत्म किया है। अगला अध्याय सतगुरु जी कृपा कर वो आप कल शुरू करेंगे। हुई फुलों की कीमा। आओ 1-2 मिनट होर रसना के नाल हाजिरी लवाइए, फिर समाप्ति है जी। वाहे गुरु